ਸ਼੍ਰੀ ਅਕਾਲ ਸਾਰਿਆਂ ਨੂੰ। ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹੈ। ਅੱਜ ਅਸੀਂ 9th ਕਲਾਸ ਦੀ ਸਾਹਿਤਮਾਲਾ ਬੁੱਕ ਦਾ ਵਾਰਤਕ ਭਾਗ ਦਾ 4th ਚੈਪਟਰ ਬੇਬੇ ਜੀ ਪੜ੍ਹਾਂਗੇ। ਅਤੇ ਉਸ ਤੋਂ ਪਹਿਲਾਂ ਅਸੀਂ ਡਾਕਟਰ ਹਰਪਾਲ ਸਿੰਘ ਪੰਨੂ ਦੀ ਸ਼ਖਸੀਅਤ ਤੇ ਰਚਨਾ ਪੜ੍ਹਾਂਗੇ। ਉਸ ਤੋਂ ਬਾਅਦ ਇਹਨਾਂ ਦਾ ਡਾਕਟਰ ਹਰਪਾਲ ਸਿੰਘ ਪੰਨੂ ਦਾ ਜਨਮ 20 ਜੂਨ 1953 ਈਸਵੀ ਪਿਤਾ ਰਣ ਸਿੰਘ ਤੇ ਮਾਤਾ ਰਾਏ ਕੌਰ ਦੇ ਘਰ ਪਿੰਡ ਗੱਲਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਡਾਕਟਰ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਮੁਖੀ ਅਤੇ ਬਤੌਰ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ। ਉਹ UGC ਦੇ ਬੁੱਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਆਪ ਜੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਧਰਮ ਅਧਿਐਨ ਯੂਨੀਵਰਸਿਟੀ ਕੁਮ ਈਰਾਨ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਹਨ। ਧਰਮ ਅਧਿਐਨ ਬਾਰੇ ਆਪ ਦੀਆਂ ਪ੍ਰਮੁੱਖ ਕਿਰਤਾਂ ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਦਾ ਸਿਧਾਂਤ ਅਤੇ ਭਾਰਤ ਦੇ ਪੁਰਾਤਨ ਧਰਮ ਇੱਕ ਸਰਵੇਖਣ ਹਨ। ਗੌਤਮ ਤੋਂ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ ਅਤੇ ਵਿਸ਼ਵ ਚਿੰਤਨ ਰਾਏ ਰਵਿੰਦਰਨਾਥ ਟੈਗੋਰ ਆਪ ਦੀਆਂ ਪ੍ਰਸਤੁਤ ਪੁਸਤਕਾਂ ਹਨ। ਇਹ ਸੀਗਾ ਡਾਕਟਰ ਹਰਪਾਲ ਸਿੰਘ ਪੰਨੂ ਦਾ ਸ਼ਖਸੀਅਤ ਤੇ ਰਚਨਾ। ਹੁਣ ਅਸੀਂ ਇਹਨਾਂ ਦਾ ਪਾਠ ਬੇਬੇ ਜੀ ਪੜ੍ਹਾਂਗੇ। ਬੇਬੇ ਜੀ 4-5 ਸਾਲ ਦੀ ਉਮਰ ਤੱਕ ਆਪਣਾ ਬਚਪਨ ਮੈਨੂੰ ਯਾਦ ਹੈ। ਬੇਬੇ ਸਿਰ ਉੱਪਰ ਘੜਾ ਚੁੱਕੀ ਘੁਰੀ ਉੱਪਰ ਪਾਣੀ ਭਰਨ ਜਾਂਦੀ ਤਾਂ ਹਰ ਗੇੜ ਮੈਂ ਉਸ ਦੇ ਕਮੀਜ਼ ਦੀ ਕੰਨੀ ਫੜੀ ਨਾਲ ਤੁਰੀ ਜਾਂਦਾ। ਕਈ ਵਾਰ ਲੱਤਾਂ ਵਿੱਚ ਉਲਝ ਕੇ ਡਿੱਗਦਾ ਤੇ ਬੇਬੇ ਡਿੱਗਣੋਂ ਸਮਾਂ ਬਚਦੀ। ਜਦੋਂ ਬੇਬੇ ਘਰ ਵਿੱਚ ਹੁੰਦੀ ਤਾਂ ਦਿਨ ਰਾਤ ਤਿਉਹਾਰ ਵਰਗੇ ਹੁੰਦੇ। ਪੜ੍ਹਦੇ, ਖੇਡਦੇ, ਡੰਗਰ ਚਾਰਦੇ, ਖੇਤੀ ਵਿੱਚ ਹੱਥ ਵਟਾਉਂਦੇ, ਦਰਖਤਾਂ 'ਤੇ ਚੜ੍ਹਦੇ ਉਤਰਦੇ, ਛਾਲਾਂ ਮਾਰਦੇ, ਨਹਿਰ ਵਿੱਚ ਛਾਲ ਮਾਰਦੇ, ਰੇਤ ਵਿੱਚ ਲਿਟਦੇ, ਫਿਰ ਨਹਿਰ ਵਿੱਚ ਛਾਲ ਸੱਟ ਫੇਟ। ਬਿਮਾਰੀ ਨੇੜੇ ਤੇੜੇ ਨਹੀਂ ਸੀ। ਜਿਉਂਦਾ ਜਾਗਦਾ ਪੂਰਾ ਘਰ ਹੁੰਦਾ। ਜਦੋਂ ਕਦੀ ਬੇਬੇ ਰਿਸ਼ਤੇਦਾਰੀ ਵਿੱਚ ਗਈ 2-4 ਦਿਨ ਨਾ ਆਉਂਦੀ ਤਾਂ ਅਸੀਂ ਚੁੱਪਚਾਪ ਗੁੰਮਸੁੰਮ ਜਿਹੇ ਫਿਰਦੇ ਰਹਿੰਦੇ। ਇੱਧਰ ਉੱਧਰ ਆਪਸ ਵਿੱਚ ਇਸ ਗੱਲ ਕਰਨੀ ਵੀ ਚੰਗੀ ਨਾ ਲੱਗਦੀ। ਬਾਪੂ ਦਾ ਸੁਭਾਅ ਸਖਤ ਸੀ, ਪਰ ਉਹ ਖਿਆਲ ਰੱਖਦਾ ਕਿ ਜਦੋਂ ਉਹਨਾਂ ਦੀ ਮਾਂ ਘਰ ਨਾ ਹੋਵੇ ਤੇ ਬੱਚੇ ਝਿੜਕਦੇ ਨਹੀਂ, ਕਿਉਂਕਿ ਫਿਰ ਰੋਣੇ ਨਹੀਂ ਹਟਣਗੇ। ਅਤੇ ਜੋ ਉਹਨਾਂ ਦੇ ਬਾਪੂ ਸੀਗੇ, ਉਹਨਾਂ ਦੇ ਜੋ ਪਿਤਾ ਜੀ ਸੀਗੇ, ਉਹ ਬਹੁਤ ਸਖਤ ਸੁਭਾਅ ਦੇ ਸੀਗੇ ਅਤੇ ਉਹ ਆਪਣੇ ਬੱਚਿਆਂ ਨੂੰ ਨਹੀਂ ਡਾਂਟਦੇ ਸੀਗੇ ਜਦੋਂ ਉਹਨਾਂ ਦੀ ਮਾਤਾ ਜੀ ਘਰੋਂ ਨਹੀਂ ਹੁੰਦੀ ਸੀ, ਕਿਉਂਕਿ ਉਹਨਾਂ ਦੇ ਬੱਚੇ ਜੇਕਰ ਰੋਣ ਲੱਗ ਪਏਂਗੇ ਤਾਂ ਚੁੱਪ ਨਹੀਂ ਕਰਨਗੇ। ਜਦੋਂ ਕਦੀ ਵੇਲੇ ਸਿਰ ਬੇਬੇ ਸਾਡੇ ਲਈ ਨਵੇਂ ਕੱਪੜੇ ਨਾ ਖਰੀਦ ਸਕਦੀ ਜਾਂ ਵੇਲੇ ਸਿਰ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਹ ਉਦੋਂ ਰੋਂਦੀ ਜਦੋਂ ਅਸੀਂ ਸਕੂਲ ਚਲੇ ਜਾਂਦੇ। ਇਹੋ ਜਿਹੇ ਮੌਕਿਆਂ 'ਤੇ ਉਹ ਸਾਡੇ ਨਾਨਕੇ ਜਾ ਪੁੱਜਦੀ। ਮਾਮੇ ਚੰਗੀ ਵਾਹੀਕਾਰ ਸਨ ਅਤੇ ਦੋਹਾਂ ਕੋਲ 50 ਏਕੜ ਜ਼ਮੀਨ ਸੀ। ਉੱਥੋਂ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ। ਦੁੱਧੋ ਹੱਟੀ ਮੰਝ ਜਾਂ ਗਾਲ ਲੈ ਜਾਂਦੇ ਅਤੇ ਤਾਜ਼ੀ ਸੂਈ ਛੱਡ ਜਾਂਦੇ। ਘਿਓ ਦਿੰਦੇ, ਖੋਆ ਦਿੰਦੇ, ਥੋੜ੍ਹੀ ਉੱਪਰ ਜੁੱਟੇ ਦਿੰਦੇ। ਹੋਰ ਸਵਰਗ ਕਿਹੋ ਜਿਹਾ ਹੋਵਿਆ ਕਰਦਾ ਹੈ। ਇੱਕ ਵਾਰ ਘਰ ਵਿੱਚ ਤੰਗੀ ਹੋਣ ਕਾਰਨ ਮੈਨੂੰ ਨਾਨਕੇ ਤੋਰ ਦਿੱਤਾ। ਬੇਬੇ ਨੇ ਤੋਰਦਿਆਂ ਹੋਇਆਂ ਕਿਹਾ, ਅਕਲ ਨਾਲ ਹਲੀਮੀ ਨਾਲ ਗੱਲ ਕਰੀਂ, ਤੇਰੇ ਮਾਮੀ ਚੰਗੀ ਹੈ ਬੜੀ। ਉਹਦੇ ਨਾਲ ਅੱਡ ਗੱਲ ਕਰੀ, ਮਾਮੇ ਨਾਲ ਅੱਡ, ਜਹਾਂ ਗੁਰੂ ਰਾਖਾ। ਬੇਬੇ ਦੀ ਸਿੱਖਿਆ ਅਨੁਸਾਰ ਮੈਂ ਮਾਰੀ ਗੱਲਬਾਤ ਆਪਣੀ ਪੜ੍ਹਾਈ ਬਾਰੇ ਸੁਣਾਈ। ਪਟਿਆਲੇ ਪੜ੍ਹਦਿਆਂ ਮੈਂ ਮਹੀਨੇ ਵਿੱਚ ਇੱਕ ਵਾਰ ਆਪਣੇ ਨਾਨਕੇ ਜਾਂਦਾ, ਦੂਜੀ ਵਾਰ ਦਾਦਕੇ ਪਿੰਡ। ਜਦੋਂ ਮੈਂ ਪਟਿਆਲਾ ਦੀ ਬੱਸ ਫੜਨ ਤੁਰਦਾ ਤਾਂ ਬੇਬੇ ਦੀਆਂ ਅੱਖਾਂ ਛਲਕਦੀਆਂ। ਮੈਂ ਖੂਬ ਹੱਸਦਾ ਅਤੇ ਪੁੱਛਦਾ, ਕੋਈ ਸਰਹੱਦ ਉੱਪਰ ਜੰਗ ਲੜਨ ਚੱਲਿਆ ਹਾਂ ਜੋ ਰੋਣ ਧੋਣ ਸ਼ੁਰੂ ਹੋ ਗਿਆ। ਬੇਬੇ ਅੱਖਾਂ ਪੁੰਝ ਕੇ ਆਖਦੀ, ਕਟਰੂ ਮਛਰੂ, ਸਰਹੱਦਾਂ ਉੱਪਰ ਦੁਸ਼ਮਣ ਨਾਲ ਲੜਨ ਨਹੀਂ ਜਾਂਦੇ। ਤੂੰ ਦੇਖਿਆ ਨਹੀਂ, ਅੱਖਾਂ ਤੋਂ ਦੂਰ ਹੋਣ ਲੱਗਣ ਤਾਂ ਗਾਵਾਂ ਮੱਝਾਂ ਰੱਭਣ ਰਿੰਗਣ ਲੱਗਦੀਆਂ ਹਨ, ਰੱਸੇ ਤੁਰਦੀਆਂ ਹਨ, ਸਭ ਠੀਕ ਹੈ। ਅੱਖੋਂ ਪਰੋਖੇ ਦੁਸ਼ਮਣ ਦੀ ਸਰਹੱਦ ਹੁੰਦੀ ਹੈ, ਕੀ ਪਤਾ ਕਦ ਵੀ ਵਾਪਰ ਆਏ। ਤੈਨੂੰ
ਇਹਨਾਂ ਗੱਲਾਂ ਦੀ ਅੱਜ ਸਮਝ ਨਹੀਂ ਹੋ ਸਕਦਾ, ਕਦੇ ਵੀ ਨਾ ਸਮਝ ਸਕੇ, ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ ਹੋਇਆ। ਫਿਰ ਉਹ ਅਸੀਸਾਂ ਦੇ ਕੇ ਤੋੜਦੀ। ਬੇਬੇ ਦੱਸਦਿਆਂ ਕਰਦੀ, ਤੇਰੀ ਛੋਟੀ ਮਾਸੀ ਗੁਰਦਿਆਲ ਕੌਰ ਦਾ ਰੰਗ ਧੁੱਪ ਵਰਗਾ ਸੀ, ਲਾਲੀਆਂ ਝੜਦੀਆਂ ਸਨ ਮੂੰਹ ਤੇ। ਹੀਰ ਸੀ ਬਸ, ਮਿਹਨਤ ਨਾਲ ਘੜੀ ਰੱਬ ਕੇ ਕੰਧ ਤੋਂ ਉੱਪਰ ਕੇ ਜਾਵੇ, ਜਿਵੇਂ ਕੋਈ ਤਸਵੀਰ ਤੁਰਨ ਲੱਗੇ। ਭਾਬੀ ਕਾਨੂੰ ਮੇਰੀ ਤਾਂ ਸਹੇਲੀ ਸੀ। ਮੈਂ ਇੱਕ ਦਿਨ ਕਿਹਾ, ਕੂੜੇ ਖਿਆਲ ਰੱਖੀ ਮੇਰਾ, ਤੇਰੀ ਇਹ ਨਾਨਣ ਗਰੀਬਣੀ ਹੈ। ਉਹ ਮੇਰੇ ਪੈਰੀ ਚੁੰਨੀ ਰੱਖ ਕੇ ਬੋਲੀ, ਮੈਂ ਕਦਾਂ ਇਸ ਘਰ ਦੀ ਮਾਲਕਣ, ਮੈਂ ਤਾਂ ਬੰਦੀ ਹਾਂ, ਤੁਹਾਡੀਆਂ ਸਾਰੀਆਂ ਦੀ ਬੰਦੀ ਰਹੂੰਗੀ ਉਮਰ ਭਰ। ਦੁਸਹਿਰੇ ਤੋਂ ਪਹਿਲਾਂ ਸਾਡੇ ਕੱਚੇ ਘਰ ਦੀ ਲਿਪਾਂ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ। ਅਸੀਂ ਸਾਰੇ ਰਲ ਕੇ ਕੰਮ ਕਰਦੇ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ ਤੇ ਫਰਸ਼ ਗਾਗੇ ਨਾਲ ਲਿਪਿਆ ਜਾਂਦਾ। ਕੋਈ ਗਾਗਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਦੂਜਾ ਕਹੀ ਨਾਲ ਗੋਹਾ ਅਤੇ ਤੋੜੀ ਗਾਰੇ ਵਿੱਚ ਰਲਾ ਰਿਹਾ ਹੁੰਦਾ। ਕੋਈ ਚੀਜ਼ਾਂ ਵਸਤਾਂ ਪਰੇ ਕਰ ਰਿਹਾ ਹੁੰਦਾ ਤੇ ਕੋਈ ਲਿਪਣ ਵਿੱਚ ਮਦਦਗਾਰ ਹੁੰਦਾ। ਖੁਰਲੀਆਂ ਤੇ ਤਬ ਸਭ ਕੁਝ ਲਿਪਿਆ ਜਾਂਦਾ। ਘਰ ਦੀਆਂ ਛੱਤਾਂ ਵੀ ਪਸ਼ੂਆਂ ਦੇ ਸਿੰਗਾਂ ਨੂੰ ਤੇਲ ਲਾ ਦਿੰਦੇ। ਚਾਰੇ ਪਾਸੇ ਸੁੰਗਦੀਆਂ ਕੰਧਾਂ ਉੱਪਰ ਟੰਗਣ ਵਾਲੀ ਬਾਪੂ ਜੀ ਤਸਵੀਰ ਲਿਆਉਂਦੇ। ਕਣਕਾਂ ਪੱਕਣ ਲੱਗਦੀਆਂ, ਬੱਦਲ ਚੜ੍ਹ ਆਉਂਦੇ। ਵਿਸਾਖ ਦੇ ਮਹੀਨੇ ਤੇਜ਼ ਧਾਰ ਬਰਸਾਂ ਹੁੰਦੀਆਂ। ਅਸੀਂ ਆਖਦੇ, ਇਹ ਕਿਹੜੇ ਮੌਸਮ ਦਾ ਮੀਂਹ ਹੋਇਆ। ਬੇਬੇ ਆਖਦੀ, ਵਿਸਾਖ ਦਾ ਮਹੀਨਾ ਦੱਸਿਆ ਕਰਦਾ ਹੈ ਕਿ ਮੇਰੇ ਵਿੱਚ ਤੇ ਸਾਉਣ ਵਿੱਚ ਕੋਈ ਫਰਕ ਨਹੀਂ। ਇੰਨਾ ਕੁ ਫਰਕ ਹੈ ਕਿ ਮੇਰੇ ਪਿੱਛੋਂ ਤੁਰੇ ਆਉਂਦੇ ਮੇਰੇ ਪਿਛਲਕ ਜੇਠ ਅਤੇ ਹਾੜ ਖੇਡ ਉਡਾਊ ਹਨ। ਸਾਉਣ ਦੇ ਪਿੱਛੇ ਤੁਰ ਆਉਂਦੇ ਉਸ ਦੇ ਦੋਸਤ ਭਾਦੋ ਤੇ ਆਸੂ ਉਸੇ ਵਰਗੇ ਹਨ। ਖੂਹ ਪਾਉ ਤਾਂ ਸਾਉਣ ਦੀ ਕਦਰ ਬਣੀ। ਗੱਲਾਂ ਕਰਦੀਆਂ ਸੁਣਦੀਆਂ ਉਪਮਾ ਅਲੰਕਾਰ। ਬੇਬੇ ਦੇ ਮੂੰਹੋਂ ਮਹੀਜ ਸੁਭਾਵ ਉਤਰਦੇ। ਇੱਕ ਵੇਰ ਮੈਂ ਤੇ ਬੇਬੇ ਦੋਵੇਂ ਬੱਸ ਵਿੱਚ ਬੈਠੇ ਕਿਧਰੇ ਜਾ ਰਹੇ ਸਾਂ ਤਾਂ ਦੋਹਾਂ ਨੂੰ ਆਡੋ ਆਡ ਸੀਟ ਮਿਲੀ। ਥੋੜ੍ਹੀ ਦੇਰ ਬਾਅਦ ਬੇਬੇ ਆਪਣੀ ਸੀਟ ਤੋਂ ਉੱਠ ਕੇ ਮੇਰੀ ਸੀਟ ਉੱਪਰ ਨਾਲ ਹੀ ਤੰਗ ਜਿਹੀ ਹੋ ਕੇ ਬੈਠ ਗਈ। ਮੈਂ ਉੱਥੋਂ ਉੱਠ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਮਾਂ ਬੋਲੀ, ਉਹ ਸੀਟ 'ਤੇ ਜਿਹੜਾ ਬੰਦਾ ਮੇਰੇ ਨਾਲ ਬੈਠਾ ਸੀ, ਤਾਕੀ ਵਾਲੇ ਪਾਸੇ ਉਸਦਾ ਮੂੰਹ ਦੇਖ। ਭੁਜੀਆ ਖਾਣ ਵੇਲੇ ਮੂੰਹ ਖੋਲ੍ਹਦਾ ਹੈ ਤਾਂ ਲੱਗਦਾ ਹੈ ਜਿਵੇਂ ਟੈਕਚੀਕੇਸ ਖੁੱਲ੍ਹ ਗਿਆ ਹੋਵੇ। ਭੁਜੀਆ ਖਾਈ ਜਾਂਦਾ, ਨਾਲ ਗੱਲਾਂ ਵੀ ਕਰੀ ਜਾਂਦਾ, ਹੱਸੀ ਵੀ ਜਾਂਦਾ। ਭੁਜੀਆ ਵਿੱਚ ਉਸਦੇ ਮੂੰਹ ਵਿੱਚੋਂ ਇਉਂ ਕਿਰਦਾ ਹੈ ਜਿਵੇਂ ਚੌਲਾਂ ਦੇ ਸ਼ੈਲਰ ਦੀ ਪਾਈਪ ਵਿੱਚੋਂ ਫੱਕ ਬਾਹਰ ਡਿੱਗਦੀ ਹੈ। ਉੱਥੋਂ ਨਹੀਂ ਬੈਠਿਆ ਜਾਂਦਾ ਮੇਰੇ ਤੋਂ। ਇਹ ਤਾਂ ਅੰਬ ਦੀ ਬੇਰ ਵਾਂਗ ਮੂੰਹ ਵਿੱਚ ਪਾਉਂਦਾ ਹੋਇਆ ਸਾਬਤ ਗੁਠਲੀ ਸੁਣੇ। ਮੈਥੋਂ ਹਾਸਾ ਨਾ ਰੁਕਿਆ। ਬੇਬੇ ਜਿਵੇਂ ਭਾਸ਼ਾ ਦੀ ਟਕਸਾਲ ਹੋਵੇ। ਕੋਈ ਵੱਡਾ ਜੋਖਮ ਭਰਿਆ ਕੰਮ ਛਿੜਨ ਵੇਲੇ ਜਦੋਂ ਅਸੀਂ ਬੇਬੇ ਨਾਲ ਖਤਰਿਆਂ ਬਾਰੇ ਗੱਲ ਕਰਦੇ ਹਾਂ ਤਾਂ ਆਖਦੀ, ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਥਿਆਲ ਖਾਣਾ ਨਹੀਂ ਛੱਡਿਆ। ਦੁਲਤੇ ਮਾਰਦਿਆਂ ਦੀਆਂ ਗਾਵਾਂ ਦੁੱਧ ਚੋਣੇ ਕਿ ਅਸੀਂ ਹਟ ਜਾਂਦੇ ਹਾਂ। ਕਦੀ ਕਿਹਾ ਕਿਸੇ ਨੇ ਕਿ ਐਨੀ ਤੂੜੀ ਵਿੱਚ ਕੌਣ ਦਾਣੇ ਕੱਢਦਾ ਫਿਰੇ। ਖੇਤ ਵਿੱਚ ਇਸ ਕਰਕੇ ਨਹੀਂ ਵਾਹਣ ਜਾਵਾਂਗੇ ਕਿ ਕੰਡਿਆਈ ਬੜੀ ਹੈ। ਕਿੱਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰਹੀਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਥਾਪੀ ਹੈ, ਖਾਧੀ ਹੈ ਅਸਾਂ। ਤੁਸੀਂ ਮਾੜੇ ਕੁ ਖਤਰੇ ਤੋਂ ਘਬਰਾ ਗਏ। ਜਵਾਨੀ ਦੇ ਦਿਨੀ ਐਨੀ ਤਾਕਤ ਹੋਇਆ ਕਰਦੀ ਸੀ, ਐਨਾ ਹੌਸਲਾ ਕਿ ਪਿਆਸ ਲੱਗਦੀ ਹੈ ਫੇਰ ਕੀ ਕੋਈ ਹੋਇਆ ਹੈ ਜੇ ਪਾਣੀ ਨਹੀਂ। ਖੂਹ ਪੁੱਟੋ ਤੇ ਪਾਣੀ ਪੀਓ। ਔਖੀ ਚੀਜ਼ ਹੈ ਕਿਹੜੀ ਦੇ ਰੱਬ ਸਾਥ ਹੋਵੇ। ਭਰੋਸੇ ਰੱਖੋ ਗੁਰੂ ਤੁਹਾਡੇ ਅੰਗ ਸੰਗ ਹੈ। ਬੇਬੇ ਜੀ ਨੂੰ ਜੇ ਪਤਾ ਲੱਗਦਾ ਕਿ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ ਹੈ ਤਾਂ ਉਲਾਂਭਾ ਦੇਣ ਉਸਦੇ ਘਰ ਜਾਂਦੀ, ਆਖਦੀ, ਵੇ ਧਰਤੀ ਨੂੰ ਕੁੱਟ ਲਿਆ ਜਿਹਾ ਜਨਾਨੀ ਨੂੰ ਕੁੱਟ ਲਿਆ। ਤੇ ਇਹ ਗੱਲ ਸਹੀ ਹੈ, ਵੇ ਧਰਤੀ ਨੂੰ ਕੁੱਟ ਲਿਆ ਜਿਹਾ ਜਨਾਨੀ ਨੂੰ ਕੁੱਟ ਲਿਆ। ਜਿਸਨੇ ਜਨਾਨੀ ਨੂੰ ਮਾਰਾ ਉਹ ਸਮਝੋ ਆਪਣੀ ਧਰਤੀ ਨੂੰ ਉਸਨੇ ਮਾਰਿਆ। ਇਸ ਵਿੱਚ ਕਹਾਣੀ
ਸੁਰਮਗਦੀ ਕੋਈ ਹੈ। ਸ਼ਰਮ ਗਿਆ ਤੈਨੂੰ ਡੋਗ ਦਇਆ ਇਸ ਗਊ ਦਾ ਹੌਕਾ। ਰੋਟੀ ਪੱਕਦੀ ਬੁਰੀ ਲੱਗਣ ਲੱਗੀ ਤੈਨੂੰ ਬੇਸ਼ਰਮ। ਸੁਣ ਕੇ ਸਾਰੇ ਸੁੰਨ ਹੋ ਜਾਂਦੇ। ਇੱਕ ਵਾਰ ਪਿੰਡ ਕਿਸੇ ਦੇ ਘਰ ਗਈ। ਬੇਬੇ ਆ ਕੇ ਕਹਿਣ ਲੱਗੀ, ਬੜਾ ਵੱਡਾ ਟੱਬਰ ਹੈ ਉਹਨਾਂ ਦਾ। ਮੈਂ ਪੁੱਛਿਆ, ਤੁਸੀਂ ਕਿੱਥੋਂ ਦੇਖ ਲਿਆ ਸਾਰਾ ਟੱਬਰ? ਬੇਬੇ ਨੇ ਹੱਸ ਕੇ ਕਿਹਾ, ਟੱਬਰ ਦੇਖ ਕੇ ਕੀ ਕਰਦਾ ਸੀ? ਕਰਤਾਰ ਕੌਰ ਰੋਟੀਆਂ ਪਕਾਉਂਦੀ ਦੇਖੀ। ਵੱਡੀ ਪਰਾਤ ਵਿੱਚ ਗੁੰਨਿਆ ਹੋਇਆ ਆਟਾ ਇਉਂ ਲੱਗਦਾ ਸੀ ਜਿਵੇਂ ਪੇਟ ਮਾਰ ਕੇ ਲਿਟਾਈ ਹੋਵੇ। ਮੈਨੂੰ ਖੂਬ ਹਾਸਾ ਆਇਆ। ਸੁਨਹਿਰਾ ਮਿਲਿਆ, ਬੇਬੇ ਜੀ ਨੇ ਸੱਦਿਆ ਹੈ, ਹੁਣੇ ਚਲੇ ਜਾਣਾ। ਮੈਂ ਤੁਰੰਤ ਗਿਆ ਤਾਂ ਹਾਲ ਚਾਲ ਪੁੱਛਿਆ। ਬੇਬੇ ਕਹਿਣ ਲੱਗੀ, ਐਨੇ ਦਿਨ ਆਇਆ ਕਿਉਂ ਨਹੀਂ? ਮੈਂ ਦੱਸਿਆ ਕਿ ਡਿਊਟੀ ਦੇ ਕੰਮ ਕਾਜ ਬਹੁਤ ਹਨ ਤੇ ਤੁਹਾਡੇ ਕੋਲ ਰੌਣਕ ਤਾਂ ਲੱਗੀ ਹੀ ਰਹਿੰਦੀ ਹੈ। ਬੇਬੇ ਨੇ ਕਿਹਾ, ਇਹ ਰੌਣਕਾਂ ਮੈਂ ਕੀ ਕਰਨੀਆਂ ਹਨ? ਮੈਂ ਉਹ ਜਿੰਦਰਾ ਹਾਂ ਜਿਹੜਾ ਕਿਸੇ ਵੱਡੇ ਕਿਲੇ ਨੂੰ ਲੱਗਾ ਹੁੰਦਾ ਹੈ। ਮੇਰੇ ਬੱਚੇ ਇਸ ਜ਼ਿੰਦਗੀ ਦੀਆਂ ਕੁੰਜੀਆਂ ਹਨ। ਤੁਹਾਡੇ ਆਉਣ ਨਾਲ ਇਹ ਜਿੰਦਰਾ ਖੁੱਲ੍ਹਦਾ ਹੈ। ਰੌਣਕਾਂ ਨਾਲ ਨਹੀਂ। ਮੈਂ ਹੁਣ ਮਿੱਟੀ ਦਾ ਬਹੁਤ ਵੱਡਾ ਤੇ ਪੁਰਾਣਾ ਥੇ ਹਾਂ। ਇਸ ਲਈ ਫਰੋਲੇਂਗਾ ਤਾਂ ਕਈ ਕੁਝ ਮਿਲੇਗਾ। ਢੀਕਰੇ ਨਿਕਲਣਗੇ, ਹੱਡੀਆਂ ਮਿਲਣਗੀਆਂ। ਵੱਡਾ ਖਜ਼ਾਨਾ ਨਾ ਸਹੀ, ਕੋਈ ਸਿੱਕਾ ਕੋਈ ਗਹਿਣਾ ਲੱਭ ਸਕਦਾ ਹੈ। ਆਖਰ ਇੱਥੋਂ ਇਸ ਦੇਸ਼ ਵਸਦਾ ਸੀ ਕਦੀ, ਜੋ ਹੁਣ ਥੈ ਹੋ ਗਿਆ ਹੈ। ਕਦੀ ਕਦਾਈ ਆ ਕੇ ਇਸ ਨੂੰ ਫਲੋਲ ਫਰਾਲ ਜਾਇਆ ਕਰ। ਬੇਬੇ ਇੱਕ ਦਿਨ ਕਹਿਣ ਲੱਗੀ, ਕਿੰਨੇ ਪਾਪੀ ਹੋ ਗਏ ਤੇਰੇ ਪਿੰਡ ਦੇ ਲੋਕ। ਮੋਹਾਂ ਨੂੰ ਮਾਰ ਖਾ ਜਾਂਦੇ, ਮੋਰਾਂ ਨੂੰ ਮਾਰ ਕੇ ਖਾ ਜਾਂਦੇ। ਮੁਰਗੀਆਂ ਤਾਂ ਕੀ, ਕੁੰਜਾਂ ਨੂੰ ਵੀ ਨਹੀਂ ਛੱਡਦੇ। ਕੋਈ ਉੱਚੀ ਦੇ ਕੇ ਮੋਰ ਵਾਂਗ ਕਿਉਂ ਕੋ ਕਹਿ ਦਏ ਤਾਂ ਦੜੋਂ ਗੋਲੀ ਮਾਰ ਦੇਣ। ਇਹ ਰਿਜਣਾ ਤਾਂ ਰਹੀਆਂ ਨਹੀਂ ਹੁਣ। ਇਹ ਖੱਡਾ ਰੋੜੀ ਵਿੱਚ ਕਿਉਂ ਨਹੀਂ ਜਾ ਬੈਠਦੇ ਮੁਰਦਾਰ ਖਾਣ। ਬੇਬੇ ਨੂੰ ਹੁਣ ਘੱਟ ਸੁਣਦਾ ਘੱਟ ਦਿਸਦਾ। ਸਾਨੂੰ ਦੇਖ ਕੇ ਕਦੀ ਖੁਸ਼ ਹੋ ਜਾਂਦੀ ਤਾਂ ਕਦੀ ਉਦਾਸ। ਮੈਂ ਕਿਹਾ ਸੀ, ਖੁਸ਼ ਦੀ ਗੱਲ ਤਾਂ ਦੱਸ ਦਿੰਦੇ ਹਾਂ, ਕਈ ਵਾਰ ਉਦਾਸ ਕਰਨ ਵਾਲੀ ਗੱਲ ਨਹੀਂ ਦੱਸਦੇ। ਬੇਬੇ ਨੇ ਕਿਹਾ, ਮੈਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਤੋਰ ਹੈ। ਗੱਲਾਂ ਕਰਦਿਆਂ ਤੇ ਤੁਹਾਡੇ ਚਿਹਰੇ ਦੇਖਦੀਆਂ, ਗੱਲ ਨਹੀਂ ਸੁਣਦੀ, ਪਰ ਪਤਾ ਲੱਗਦਾ ਹੈ ਜਾਂਦਾ ਹੈ ਤੁਸੀਂ ਦੁੱਖ ਵਿੱਚ ਹੋ ਕਿ ਸੁੱਖ ਵਿੱਚ ਹੋ। ਬੇਬੇ ਦੀ ਉਮਰ 90 ਸਾਲ ਤੋਂ ਉੱਤੋਂ ਹੋ ਗਈ। 16 ਸਾਲ ਦੀ ਉਮਰ ਵਿੱਚ ਉਹ ਮੇਰੇ ਪਿੰਡ ਵਿਆਹੀ ਹੋਈ ਆਈ। ਹੁਣ ਤੱਕ ਮੇਰਾ ਪਿੰਡ ਉਸਦਾ ਪਿੰਡ ਨਹੀਂ ਬਣਿਆ। ਉਸਦਾ ਪਿੰਡ ਉਹੀ ਹੈ ਜਿੱਥੋਂ ਉਸਦਾ ਜਨਮ ਹੋਇਆ। ਗੱਲਾਂ ਕਰਦਿਆਂ ਹਮੇਸ਼ਾ ਇਹੀ ਆਖਦੀ, ਤੇਰੇ ਪਿੰਡ ਮੈਂ ਇਉਂ ਕੀਤਾ। ਇੱਕ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ, ਹੁਣ ਮੈਂ ਜਾਉਂਦੀ ਹਾਂ। ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਤਾਂ ਆਪਸ ਵਿੱਚ ਹੀ ਮਿਲ ਲੈਂਦੇ ਹੋ। ਜਦੋਂ ਮੈਂ ਨਾ ਰਹੀ ਇੱਕ ਰਾਜਧਾਨੀ ਟੁੱਟ ਜਾਏਗੀ। ਤੁਸੀਂ ਬੜੀ ਤਰੱਕੀ ਕੀਤੀ, ਹੋਰ ਕਰੋਗੇ। ਤੁਹਾਡੇ ਬੱਚੇ ਤੁਹਾਡੇ ਤੋਂ ਅੱਗੇ ਲੰਘਣਗੇ, ਖੁਸ਼ਹਾਲ ਹੋਵੇਂਗੇ। ਇਸ ਪਾਸਿਓਂ ਲੰਘਿਆ ਕਰੋਗੇ ਤਾਂ ਹੋਲੀ ਦੇ ਕੇ ਆਪਣੇ ਆਪ ਨੂੰ ਕਹੋਗੇ, ਇੱਥੋਂ ਸਾਡੀ ਮਾਂ ਰਿਹਾ ਕਰਦੀ ਸੀ। ਹੈਗੀ ਤਾਂ ਬੋਲੀ ਜੀ ਸੀ ਪਰ ਚੰਗੀ। ਇਸ ਗੱਲ ਵਿੱਚ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ। ਮੇਰੇ ਪਿੱਛੋਂ ਇਸ ਘਰ ਵਿੱਚ ਆਉਣ ਨੂੰ ਤੁਹਾਡਾ ਦਿਲ ਨਹੀਂ ਕਰਿਆ ਕਰੇਗਾ। ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਬਿਰਧ ਮਾਪਿਆਂ ਦੀ ਸੇਵਾ ਕਰਦਾ ਹੈ। ਹਰ ਖੁਸ਼ੀ ਗਮੀ ਅਤੇ ਤੀਰਥ ਤਿਉਹਾਰ ਵਕਤ ਅਸੀਂ ਸਾਰੇ ਜਣੇ ਉਸ ਦੀ ਕੋਠੀ ਜਾ ਪੁੱਜਦੇ ਹਾਂ ਤਾਂ ਰੌਣਕਾਂ ਖੁਸ਼ੀਆਂ ਅਤੇ ਮਿਲਾਪਾਂ ਦਾ ਮੇਲਾ ਲੱਗ ਜਾਂਦਾ ਹੈ। ਇਸ ਮੇਲੇ ਵਿੱਚੋਂ ਜਦੋਂ ਅਸੀਂ ਵਿਦਾ ਹੋ ਘਰੋਂ ਘਰੀ ਜਾਣ ਲੱਗਦੇ ਹਾਂ ਤਾਂ ਛੋਟੇ ਭਰਾ ਹੋਲੀ ਦੇ ਕੇ ਪੂਜਿਆ ਕਰਦਾ ਹੈ। ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਹੀ ਆਇਆ ਕਰੋਗੇ ਹੁਣ ਵਾਂਗ। ਮੇਰੇ ਸੁਪਨਿਆਂ 'ਚ ਬੇਬੇ ਕਦੀ ਮਿਰਚਾਂ ਤੋੜਦੀ ਫਿਰਦੀ ਖੇਤ ਵਿੱਚ, ਕਦੀ ਕਪਾਹ ਚੁਗਦੀ, ਕਿਤੇ ਮਛੂਰੀਆਂ ਦੀ ਬਥੂਆਂ ਪਲੋਸ ਰਹੀ ਹੁੰਦੀ, ਕਿਤੇ ਮੰਝਾਂ ਨੂੰ ਥਾਪੀ ਦੇ ਰਹੀ ਹੁੰਦੀ। ਫਟੇ ਪੁਰਾਣੇ ਟਾਕਿਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਘਟੇ ਵਿੱਚ ਲਕਪਕ ਉਹ ਕਦੀ ਝਾੜੂ ਦਿੰਦੀ ਦਿਸਦੀ, ਕਦੀ ਪਾਥੀਆਂ ਪੱਥਦੀ। ਬੇਬੇ ਜਿੰਦਰਾ ਸ਼ਬਦ ਆਪਣੇ ਲਈ ਤੇ ਕੁੰਜੀਆ ਸ਼ਬਦ ਆਪਣੇ ਬੱਚਿਆਂ ਲਈ ਵਰਤਦੀ ਹੈ। ਉਹ ਜਿੰਦਰਾ ਇਹਨਾਂ ਕੁੰਜੀਆਂ ਨਾਲ ਹੀ ਖੁੱਲ੍ਹਦਾ ਸੀ ਤੇ ਇਸ ਨੂੰ ਉਹ ਹੀ ਖੋਲ੍ਹ ਕੇ
ਇਸ ਦਾ ਅੰਦਰ ਫਰੋਲ ਸਕਦੇ ਸਨ, ਜਿਸ ਵਿੱਚ ਬਹੁਤ ਕੁਝ ਸੀ। ਬਜ਼ੁਰਗਾਂ ਨੂੰ ਉਂਝ ਵੀ ਘਰ ਦਾ ਜਿੰਦਰਾ ਸਮਝਿਆ ਜਾਂਦਾ ਹੈ, ਕਿਉਂਕਿ ਉਹਨਾਂ ਦੇ ਸਿਰ ਉੱਪਰ ਘਰ ਦੀ ਕੋਈ ਚਿੰਤਾ ਨਹੀਂ। ਤੇ ਇਸ ਪਾਠ ਵਿੱਚ ਲੇਖਕ ਦਾ ਬਚਪਨ ਬੇਬੇ ਦੇ ਪਿਆਰ ਨਾਲ ਭਰਿਆ ਹੋਇਆ ਅਤੇ ਮੌਜ ਮਸਤੀ ਵਾਲਾ ਸੀ। ਜਦੋਂ ਬੇਬੇ ਘਰ ਹੁੰਦੀ ਤਾਂ ਉਸ ਨੂੰ ਦਿਨ ਰਾਤ ਤਿਉਹਾਰਾਂ ਵਰਗੇ ਲੱਗਦੇ। ਉਹ ਪੜ੍ਹਦੇ ਖੇਡਦੇ, ਡੰਗਰ ਚਾਰਦੇ, ਖੇਤੀ ਵਿੱਚ ਹੱਥ ਵਟਾਉਂਦੇ, ਦਰਖਤਾਂ ਉੱਪਰ ਚੜ੍ਹਦੇ ਉਤਰਦੇ, ਛਾਲਾਂ ਮਾਰਦੇ ਤੇ ਬਹੁਤ ਸਾਰੀਆਂ ਚੀਜ਼ਾਂ ਕਰਦੇ ਹਨ। ਤੇ ਜਦੋਂ ਬੇਬੇ ਘਰ ਨਹੀਂ ਹੁੰਦੀ ਸੀ ਤਾਂ ਉਹ ਚੁੱਪਚਾਪ ਤੇ ਗੁੰਮਸੁੰਮ ਜਿਹੇ ਇੱਧਰ ਉੱਧਰ ਫਿਰਦੇ ਰਹਿੰਦੇ। ਉਹਨਾਂ ਦੇ ਬਾਪੂ ਦਾ ਸੁਭਾਅ ਬਹੁਤ ਸਖਤ ਸੀ, ਪਰ ਬੇਬੇ ਦੀ ਗੈਰ ਮੌਜੂਦਗੀ ਵਿੱਚ ਉਹ ਉਹਨਾਂ ਨੂੰ ਮਾਰਦਾ ਨਹੀਂ ਸੀ, ਕਿਉਂਕਿ ਉਹ ਰੋਣੇ ਨਹੀਂ ਹਟਣਗੇ। ਉਹਨਾਂ ਦਾ ਬਚਪਨ ਗਰੀਬੀ ਭਰਪੂਰ ਵੀ ਸੀ, ਪਰ ਉਹਨਾਂ ਦੇ ਘਰ ਨਾਨਕਿਆਂ ਵੱਲੋਂ ਬਹੁਤ ਮਦਦ ਆਉਂਦੀ ਸੀ। ਕਦੋਂ ਘੀ ਆਉਂਦਾ ਸੀਗਾ, ਕਦੇ ਕੱਪੜੇ ਆਉਂਦੇ ਸੀਗੇ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਨਾਨਕੇ ਦੇ ਘਰੋਂ ਵਿੱਚ ਆਉਂਦੀਆਂ ਸੀਗੀ। ਅਤੇ ਜਦੋਂ ਲੇਖਕ ਪਟਿਆਲਾ ਪੜ੍ਹਦਿਆਂ ਘਰੋਂ ਬੱਸ ਫੜਨ ਲਈ ਤੁਰਨ ਲੱਗਦਾ ਤਾਂ ਉਸਦੀ ਬੇਬੇ ਦੀਆਂ ਅੱਖਾਂ ਛਲਕ ਪੈਂਦੀਆਂ। ਲੇਖਕ ਖੂਬ ਹੱਸਦਾ ਹੈ ਅਤੇ ਉਸਨੂੰ ਪੁੱਛਦਾ ਹੈ ਕਿ ਸਰਹੱਦ ਉੱਤੇ ਜੰਗ ਲੜਨ ਥੋੜ੍ਹੀਆਂ ਚੱਲਿਆ ਮੈਂ, ਜੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ। ਇਹ ਸੁਣ ਕੇ ਅੱਖਾਂ ਪੁੱਛਦੀ ਹੋਈ, ਕਟਰੂ ਵਚਰੂ ਹੋਈ ਮਹਿਰਦਾ ਉੱਤੇ ਲੜਨ ਨਹੀਂ ਜਾਂਦੇ, ਪਰ ਜਰਾ ਅੱਖਾਂ ਤੋਂ ਓਹਲੇ ਹੋਣ ਤਾਂ ਮੱਝਾਂ ਗਾਵਾਂ ਅੰਤੀਗੜ ਲੱਗ ਪੈਂਦੀਆਂ ਹਨ। ਅਤੇ ਜੋ ਲੇਖਕ ਦੇ ਸੁਪਨੇ ਵਿੱਚ ਕੀ ਆਉਣ ਜਾਂਦਾ ਸੀਗਾ ਬੇਬੇ ਦੇ ਲਈ, ਲੇਖਕ ਨੂੰ ਸੁਪਨੇ ਵਿੱਚ ਬੇਬੇ ਕਦੀ ਖੇਤ ਵਿੱਚ ਮਿਰਚਾਂ ਤੋੜਦੀ ਫਿਰਦੀ ਅਤੇ ਕਦੀ ਕਪਾਰ ਚੁਗਦੀ ਦ੍ਰਿਸ਼ਟੀ ਗੋਚਰ ਹੁੰਦੀ, ਬਛੂਰੀਆਂ ਦੀ ਬੁੱਥੀਆਂ ਪਲੋਸ ਰਹੀ ਹੁੰਦੀ ਅਤੇ ਕਦੀ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ। ਕਦੇ ਉਹ ਉਸਦੇ ਫਟੇ ਪੁਰਾਣੇ ਟਾਂਕਿਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਖੱਟੇ ਵਿੱਚ ਲੱਖ ਪੱਕ ਝਾੜੂ ਦਿੰਦੀ ਦਿਸਦੀ ਅਤੇ ਕਦੀ ਪਾਥੀਆਂ ਪੱਕਦੀ। ਅਤੇ ਇਹ ਸੀਗਾ ਸਾਡਾ ਬੇਬੇ ਜੀ ਪਾਠ। ਜਿਵੇਂ ਜੋ ਲੇਖਕ ਹੁੰਦਾ ਹੈ ਅਤੇ ਉਸਦੀ ਜੋ ਬੇਬੇ ਹੁੰਦੀ ਹੈ, ਉਹਨਾਂ ਦਾ ਬਚਪਨ ਕਿਵੇਂ ਗੁਜ਼ਰਿਆ ਅਤੇ ਉਹਨਾਂ ਦਾ ਬਾਰੇ ਵਿੱਚ ਸੀਗਾ, ਅਤੇ ਉਹ ਕੀ ਕੰਮ ਕਰਦੇ ਸੀਗੇ ਅਤੇ ਉਹਨਾਂ ਦਾ ਆਪਸ ਵਿੱਚ ਕਿੰਨਾ ਮੇਲ ਜੋਲ ਸੀਗਾ। ਇਹ ਸੀਗਾ ਇਸ ਪਾਠ ਵਿੱਚ। ਸਮਝ ਆਇਆ ਹੋਣਾ ਹੈ, ਪਾਠ ਦੀ ਕਹਾਣੀ ਸਮਝ ਆਈ ਹੋਣੀ ਹੈ ਬੇਬੇ ਜੀ ਦੀ। ਤਾਂ ਇਸ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ, ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਜ਼ਰੂਰ ਕਰਨਾ, ਤਾਂ ਕਿ ਉਹਨਾਂ ਨੂੰ ਵੀ ਇਸ ਪਾਠ ਨੂੰ ਸਮਝਣ ਵਿੱਚ ਕੋਈ ਵੀ ਪ੍ਰੋਬਲਮ ਨਾ ਆ ਸਕਣ। ਸਬਸਕ੍ਰਾਈਬ ਕਰਨਾ। ਧੰਨਵਾਦ।